PTC ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇ ਵਿੱਚ ਅਮਰ ਸਿੰਘ ਭੁੱਲਰ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਜਿਵੇਂ ਕਿ ਆਪਾਂ ਲਗਭਗ ਪਿਛਲੇ 1.5 ਮਹੀਨੇ ਤੋਂ ਬਹੁਤ ਚਰਚਾ ਕਰ ਰਹੇ ਸੀ ਕਿ ਓਨਟਾਰੀਓ ਦੇ ਵਿੱਚ 7 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਅਖੀਰ ਉਹ ਘੜੀ ਆ ਗਈ ਜਦੋਂ ਚੋਣਾਂ ਹੋ ਗਈਆਂ ਤੇ ਰਿਜ਼ਲਟ ਸਾਡੇ ਸਾਹਮਣੇ ਆ ਗਏ। ਤੇ ਜੇ ਅਸੀਂ ਇਹਨਾਂ ਰਿਜ਼ਲਟਾਂ ਤੇ ਥੋੜ੍ਹੀ ਬਹੁਤ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਵਿੱਚ ਅਸੀਂ ਚਾਰੇ ਪਾਰਟੀਆਂ ਦੇ ਲੀਡਰ ਜਿਹੜੇ ਉਹ ਚੋਣ ਜਿੱਤ ਗਏ ਨੇ। ਵੱਖ-ਵੱਖ ਰਾਜਨੀਤਿਕ ਪਾਰਟੀਆਂ, ਈਵਨ ਗ੍ਰੀਨ ਪਾਰਟੀ ਨੇ ਆਪਣਾ ਖਾਤਾ ਖੋਲ੍ਹਿਆ। ਗੱਲ ਕਰੀਏ ਅਸੀਂ ਪੰਜਾਬੀਆਂ ਦੀ, ਪਿਛਲੀ ਜਿਹੜੀ ਭੰਗ ਹੋਈ ਵਿਧਾਨ ਸਭਾ ਸੀ ਉਹਦੇ ਵਿੱਚ ਸਾਡੇ 5 ਪੰਜਾਬੀ MPP ਸੀ ਤੇ ਇਹਨਾਂ ਚੋਣਾਂ ਦੇ ਵਿੱਚ ਸਾਡੇ 7 ਜਿਹੜੇ ਨੇ ਉਹ MPP ਚੁਣੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 3 ਕੈਨੇਡਾ ਦੇ ਜੰਮਪਲ ਨੇ ਤੇ 4 ਪੰਜਾਬ ਦੇ ਜੰਮਪਲ ਨੇ। ਤੇ ਜੇ ਅਸੀਂ ਗੱਲ ਕਰੀਏ ਮਾਲਵੇ ਦੇ, ਉਹਨਾਂ ਵਿੱਚੋਂ ਮਾਲਵੇ ਨਾਲ ਸੰਬੰਧਿਤ 5 ਕੈਂਡੀਡੇਟ ਨੇ ਜਿਹੜੇ ਜਿੱਤੇ ਨੇ ਤੇ 2 ਜਿਹੜੇ ਨੇ, ਇੱਕ ਦੁਆਬੇ ਦਾ ਤੇ ਇੱਕ ਮਾਝੇ ਦਾ। ਤੇ ਅਸੀਂ ਹੁਣ ਇਸ ਬਾਰੇ ਚਰਚਾ ਕਰਨ ਦੇ ਲਈ ਸਾਡੇ ਅੱਜ ਸਟੂਡੀਓ ਦੇ ਨਾਲ ਬੈਠੇ ਨੇ ਸਿਆਸੀ ਮਾਹਰ ਨਿਰਮਲ ਢੀਂਡਸਾ ਜੀ ਤੇ ਉਹਨਾਂ ਦੇ ਨਾਲ ਜੇ ਰੇਡੀਓ ਨਗਾਰਾ ਦੇ ਸਾਡੇ ਚਰਨਜੀਤ ਬਰਾੜ ਜੀ। ਨਿੱਘਾ ਸਵਾਗਤ ਹੈ ਜੀ ਤੁਹਾਡਾ। ਧੰਨਵਾਦ, ਮਿਹਰਬਾਨੀ। ਬਰਾੜ ਸਾਹਿਬ, ਮੈਂ ਤੁਹਾਤੋਂ ਸ਼ੁਰੂ ਕਰਨਾ ਚਾਹੁੰਦਾ ਕਿ ਜਿਹੜਾ ਚੇਂਜ ਕਰ ਰਹੇ थे, ਜਿਹੜੀ ਚੇਂਜ ਹੋਈ ਹੈ ਕਿ ਉਹ ਲੋਕਾਂ ਨੇ ਸਹੀ ਚੇਂਜ ਲੈਂਦੀ ਹੈ ਕੀਤੀ ਹੈ ਜਾਂ ਥੋੜਾ ਫਰਕ ਰਹਿ ਗਿਆ? ਦੇਖੋ, ਲੋਕ ਚਾਹੁੰਦੇ ਸੀ ਚੇਂਜ ਹੋ ਗਈ ਆ। ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਚੇਂਜ ਆ ਜਿਹੜੀ ਉਹ ਚੰਗੀ ਹੋਈ ਆ ਕਿ ਮਾੜੇ ਵਾਲੇ ਪਾਸੇ ਹੋਈ ਆ। ਪਰ PC ਪਾਰਟੀ ਨੂੰ ਮੁਬਾਰਕਾਂ ਜੀ, ਕਿਉਂਕਿ ਉਹ ਬੜੀ ਵੱਡੀ ਬਹੁਗਿਣਤੀ ਦੇ ਨਾਲ ਸਪਸ਼ਟ ਬਹੁਮਤ ਲੈ ਕੇ ਉਹ ਜਿੱਤੇ ਨੇ। NDP ਪਾਰਟੀ ਨੂੰ ਮੁਬਾਰਕਾਂ ਜੀ, ਉਹ ਆਫੀਸ਼ੀਅਲ ਆਪੋਜੀਸ਼ਨ ਦਾ ਸਟੇਟਸ ਉਹਨਾਂ ਨੇ ਹਾਸਲ ਕਰ ਲਿਆ। ਪਰ ਇਹਦੇ ਨਾਲ ਉਹਨਾਂ ਉਮੀਦਵਾਰਾਂ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੇ ਲੋਕਤੰਤਰ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖ ਕੇ ਚੋਣ ਲੜੀ, ਦਲੇਰੀ ਨਾਲ ਲੜੀ, ਪਰ ਹਾਰ ਗਏ। ਮਤਲਬ ਉਹਨਾਂ ਨੂੰ ਮੁਬਾਰਕਾਂ ਜੀ। ਅੱਛਾ ਢੀਂਡਸਾ ਸਾਹਿਬ, ਜੇ ਆਪਾਂ ਦੇਖੀਏ ਸਰਵੇ, ਹਾਂਜੀ, ਤੁਸੀਂ ਬੜੇ ਸਰਵੇਆਂ ਦੇ ਹੱਕ 'ਚ ਰਹਿੰਦੇ ਹੋ ਕਿ ਸਰਵੇ ਜਿਹੜੇ ਹੁੰਦੇ ਨੇ ਸਹੀ ਹੁੰਦੇ ਨੇ, ਕਿੰਨੇ ਕੁ ਸਹੀ ਰਹੇ ਇਸ ਵਾਰ? ਦੇਖੋ, ਸਰਵੇ ਐਗਜ਼ੈਕਟਲੀ ਠੀਕ ਹੀ ਰਹੇ ਆ। ਸਰਵੇ ਇੱਕ ਇਹਨਾਂ ਤੋਂ ਮਿਸਟੇਕ ਹੋਈ, ਜਿਹੜਾ ਇੱਥੇ ਦੇ ਸਰਵੇ ਦਿੰਦੇ ਰਹੇ ਕਿ 39% ਟੋਰੀ ਤੇ 38% NDP ਕਹਿੰਦੇ ਸੀ ਕਿ NDP ਪਾਰਟੀ, ਫਿਰ ਕਹਿੰਦੇ ਰਹੇ ਨੈਕ ਟੂ ਨੈਕ। ਪਰ ਜੇ ਤੁਸੀਂ ਉਹਨੂੰ ਦੇਖੋ, ਉਹਨੂੰ ਕਨਵਰਟ ਕਰਦੇ ਸੀ ਨਾ ਜਦੋਂ, ਉਹ ਇਹ ਪ੍ਰਿਡਕਟ ਕਰਦੇ ਸੀ ਕਿ 72 ਸੀਟਸ ਕੰਜ਼ਰਵੇਟਿਵ ਪਾਰਟੀ ਦੀਆਂ ਆਉਣੀਆਂ ਐਂਡ 36-37 ਸੀਟਸ ਕਹਿੰਦੇ ਸੀ NDP ਦੀਆਂ ਆਉਣੀਆਂ, ਬਾਕੀ 8 ਤੋਂ ਘੱਟ ਕਹਿੰਦੇ ਸੀ ਲਿਬਰਲ ਦੀਆਂ। ਐਗਜ਼ੈਕਟਲੀ ਸੇਮ ਥਿੰਗ ਹੀ ਹੋਈ ਹੈ। ਐਂਡ ਇਹ ਉਹ 72 ਕਹਿੰਦੇ ਸੀ, ਹੁਣ 76 ਆਈਆਂ। NDP ਦੀਆਂ ਇਹ 36-37 ਕਹਿੰਦੇ ਸੀ, ਹੁਣ 40 ਆਈਆਂ। ਐਂਡ ਲਿਬਰਲ ਦੀਆਂ 8 ਤੋਂ 10 ਕਹਿੰਦੇ ਸੀ, ਉਹ 7 ਆਈਆਂ। ਇਹ ਵੀ ਕਹਿੰਦੇ ਸੀ ਕਿ ਗ੍ਰੀਨ ਪਾਰਟੀ ਸ਼ਾਇਦ ਆਪਣਾ ਖਾਤਾ ਖੋਲ੍ਹ ਲਵੇ, ਉਹਨੇ ਖਾਤਾ ਖੋਲ੍ਹਿਆ। ਅੱਛਾ, ਫਿਰ ਜਿਹੜੀ ਹੈ ਜੇ ਉਹ ਦੂਸਰੇ ਟਰਮਸ ਵਿੱਚ ਦੇਖੋ ਤੁਸੀਂ, ਜਿਹੜੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਵੇਲੇ 40% ਵੋਟਾਂ ਪਰਸੈਂਟੇਜ ਪਈ ਹੈ, NDP ਨੂੰ ਪਈ ਹੈ 33%। ਐਂਡ ਇਹ ਐਗਜ਼ੈਕਟਲੀ ਇੱਦਾਂ ਉਹ ਕਰਦੇ ਸੀ। ਐਂਡ ਜਿਹੜੀ ਲਿਬਰਲ ਨੂੰ ਮੇਰੇ ਖਿਆਲ 18%, ਕਿਉਂ ਜੀ ਬਰਾੜ ਸਾਹਿਬ? 17-18% ਪਈ ਹੈ। ਸੋ ਇਟ ਵਾਜ਼ ਐਕੂਰੇਟ ਜੀ, ਮੈਂ ਤਾਂ ਇਹ ਕਹੂੰਗਾ। ਜੇ ਆਪਾਂ ਨਤੀਜਿਆਂ 'ਤੇ ਝਾਤ ਮਾਰੀਏ ਬਰਾੜ ਸਾਹਿਬ, ਜਿਹੜੀ PC ਪਾਰਟੀ ਆ, ਪਿਛਲੇ 2014 ਦੇ ਵਿੱਚ ਉਹਨਾਂ ਨੂੰ 28 ਸੀਟਾਂ ਆਈਆਂ ਸੀ ਤੇ ਇਸ ਵਾਰੀ ਉਹਨਾਂ ਨੂੰ 76 ਆਈਆਂ ਨੇ, 48 ਉਹਨਾਂ ਨੇ ਗੇਨ ਕੀਤੀਆਂ ਨੇ। ਜੇ ਆਪਾਂ ਲਿਬਰਲ ਦੀ ਗੱਲ ਕਰੀਏ, 58 ਸੀਆਂ ਤੇ ਇਸ ਵਾਰੀ 7 ਆਈਆਂ, 51 ਉਹ ਲੂਜ਼ ਕਰ ਗਏ। ਤੇ NDP ਜਿਹੜੀਆਂ ਉਹਦੀਆਂ 21 ਸੀਆਂ, 21 ਦੀਆਂ ਇਸ ਵਾਰੀ ਉਹ 40 ਲੈ ਕੇ ਗਏ ਨੇ। ਕੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਕਿਹਨੇ ਖੱਟਿਆ ਤੇ ਕਿਹਨੇ ਗਵਾਇਆ ਜ਼ਿਆਦਾ? ਦੇਖੋ ਜੀ, ਲੂਜ਼ ਤਾਂ ਕੀਤਾ ਲਿਬਰਲਸ ਨੇ, ਪੂਰੇ ਦਾ ਪੂਰਾ ਗਵਾਇਆ ਲਿਬਰਲਸ ਨੇ, ਤੇ ਖੱਟਿਆ ਜਿਵੇਂ PC ਪਾਰਟੀ ਤੇ NDP ਨੇ ਆ। ਪਰ ਇਹਦੇ ਵਿੱਚ ਇਸ ਤਰ੍ਹਾਂ ਹੈ ਭੁੱਲਰ ਸਾਹਿਬ, ਜਿਵੇਂ ਸੋਚਿਆ ਜਾ ਰਿਹਾ ਸੀ ਕਿ ਲਿਬਰਲਸ ਦੀ ਵੋਟ ਆ ਜਿਹੜੀ ਉਹ NDP ਨੂੰ ਜਾਊਗੀ, ਇਹ ਮੇਰਾ ਖਿਆਲ ਸ਼ਾਇਦ ਢੀਂਡਸਾ ਸਾਹਿਬ ਬਹੁਤ ਪੁਰਾਣੇ ਨੇ, ਕਦੇ ਪਹਿਲਾਂ ਇਹ ਹੋਇਆ ਨਹੀਂ ਵੀ ਲਿਬਰਲਸ ਦੀ ਵੋਟ ਆ ਜਿਹੜੀ ਉਹ PC ਨੂੰ ਗਈ ਹੋਵੇ। ਪਰ ਇਹ ਸਾਰੀ 15 ਸਾਲ ਦੇ ਰਾਜਕਾਲ ਦੇ ਵਿੱਚ ਲੋਕ ਇੰਨੇ ਕੱਕ ਗਏ ਸੀ, ਅਖੀਰ ਤੇ ਉਹਨਾਂ ਨੂੰ ਜਿਹੜੀ ਅਨਡਿਸਾਈਡਡ ਵੋਟ, ਜਿਹਦੀ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, 7-8-10% ਅਨਡਿਸਾਈਡਡ ਵੋਟ ਹੁੰਦੀ ਹੈ, ਉਹਨਾਂ ਨੇ ਇਹ ਦੇਖ ਕੇ PC ਨੂੰ ਵੋਟ ਪਾਈ ਹੈ ਵੀ ਸ਼ਾਇਦ PC ਦੀ ਸਰਕਾਰ ਹੀ ਬਣ ਰਹੀ ਹੈ। ਤੇ ਦੂਜੇ ਪਾਸੇ ਕੁਝ ਪ੍ਰੋਪੇਗੰਡਾ ਪ੍ਰਚਾਰ ਇਸ ਤਰ੍ਹਾਂ ਦਾ ਵੀ ਚੱਲ ਰਿਹਾ ਸੀ ਵੀ ਸ਼ਾਇਦ ਬਿਜ਼ਨਸਿਸ ਨੂੰ ਲਾਸ ਹੋਊਗਾ ਜੀ, ਮਿਨੀਮਮ ਵੇਜਸ ਵਧਣਗੀਆਂ। ਮੈਨੂੰ ਲੱਗਦਾ ਇੱਕ ਡਰ ਦਾ ਮਾਹੌਲ ਸੀਗਾ ਸਮਾਲ ਬਿਜ਼ਨਸਮੈਨ ਤੇ ਜਿਹੜਾ ਵੱਡਾ ਬਿਜ਼ਨਸਮੈਨ ਆ ਉਹਦੇ ਹੱਕ ਦੇ ਵਿੱਚ। ਤੇ ਕੁਝ ਇਹੋ ਜਿਹੀਆਂ ਪ੍ਰੋਬਲਮ ਸੀ ਜੀ ਜਿਹੜੀਆਂ ਮੈਨੂੰ ਲੱਗਦੀਆਂ ਜਿਹੜੀਆਂ ਤਿੰਨਾਂ ਪਾਰਟੀਆਂ ਲਈ ਬੜੀਆਂ ਗੰਭੀਰ ਸਮੱਸਿਆਵਾਂ ਹੈ, ਉਹ ਲੋਕਾਂ ਨੇ ਅਜੇ ਤੱਕ ਸਮਝੀਆਂ ਨਹੀਂ। ਜਿਵੇਂ ਹਾਈਡਰੋ ਵਨ ਦਾ ਮੁੱਦਾ ਹੈ ਜੀ,
ਪਿਛਲੇ ਸਾਲਾਂ ਦੇ ਵਿੱਚ ਲੋਕਾਂ ਦੇ ਬਿੱਲ ਆ ਜਿਹੜੇ ਉਹ ਇੰਨੇ ਵੱਧ ਗਏ ਸੀ। ਮੈਂ ਟੋਰਾਂਟੋ ਦੀ ਗੱਲ ਨਹੀਂ ਕਰ ਰਿਹਾ, ਟੋਰਾਂਟੋ ਦੇ ਵਿੱਚ ਡਿਲੀਵਰੀ ਚਾਰजेस ਬਹੁਤ ਘੱਟ ਪੈਂਦੇ ਨੇ ਕਿਉਂਕਿ ਜਨਰੇਟਿੰਗ ਪਾਵਰ ਸਟੇਸ਼ਨਸ ਨੇੜੇ ਨੇ। ਦੂਰ ਦੇ ਇਲਾਕਿਆਂ 'ਚ ਡਿਲੀਵਰੀ ਚਾਰजेस ਜ਼ਿਆਦਾ ਹੋਣ ਨਾਲ ਬਿੱਲ ਜ਼ਿਆਦਾ ਵੱਧ ਗਏ ਸੀ। ਉਹ ਬਿੱਲ ਹੁਣ ਉਹ ਸਰਦੀਆਂ ਦਾ ਮੌਕਾ ਸੀ, ਕੱਟ ਸਕਦੇ ਨਹੀਂ ਸੀ। ਪਰ ਜੇ ਕਿਤੇ ਇਹ ਜੀ ਪ੍ਰੋਬਲਮ ਆ ਗਈ ਵੀ ਲੋਕਾਂ ਤੋਂ ਕਈ ਮਹੀਨੇ ਬਿੱਲ ਨਾ ਦਿੱਤੇ ਗਏ ਜਾਂ 1-2 ਮਹੀਨੇ ਬਿੱਲ ਨਾ ਦਿੱਤੇ, ਸੱਚੀ ਮੁੱਚੀ ਬਹੁਤ ਵੱਡੀ ਪ੍ਰੋਬਲਮ। ਮੈਨੂੰ ਲੱਗਦਾ ਇਹਦੇ ਮੈਂ ਐਨਾਲਿਸਿਸ ਤਾਂ ਨਹੀਂ ਪੂਰਾ ਕਰ ਸਕਦਾ, ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਵਾਲਾ ਮੁੱਦਾ ਨਾ, ਇਹ ਲੋਕਾਂ ਨੇ ਧਿਆਨ ਨਾਲ ਸੋਚਿਆ ਨਹੀਂ। ਵੀ ਹਾਈਡਰੋ ਵਨ ਲਿਬਰਲ ਨੇ ਕਿਹਾ ਅਸੀਂ ਪੂਰੇ ਦਾ ਪੂਰਾ ਵੇਚ ਦਿਆਂਗੇ, ਤੇ ਪੀਸੀ ਦਾ ਸਟੈਂਡ ਨਹੀਂ, ਪੀਸੀ ਦੇ ਲੁਭਾਉਣੇ ਨਾਰੇ ਨਾ ਥੋੜੇ ਜੇ ਵੀ ਅਸੀਂ 25% ਉਹਨਾਂ ਨੇ ਰਿਆਇਤ ਦਿੱਤੀ ਆ, 12% ਹੋਰ ਦੇਵਾਂਗੇ, ਤੇ ਤੇਲ ਆ ਜਿਹੜਾ 10 ਸੈਂਟ ਘਟਾ ਦਾਂਗੇ। ਮੈਨੂੰ ਲੱਗਦਾ ਅੱਗੇ ਜਾ ਕੇ ਇਹਦਾ ਪਤਾ ਲੱਗੂ, ਕਿੰਨੇ ਕੁ ਆਪਦੀਆਂ ਜਿਹੜੀਆਂ ਗੱਲਾਂ ਕਹੀਆਂ ਵਾਅਦੇ ਕੀਤੇ ਨੇ ਪੂਰਾ ਉੱਤਰ ਦੇ। ਢੀਂਡਸਾ ਸਾਹਿਬ, ਲਿਬਰਲ ਪਾਰਟੀ ਕੈਥਰੀਨ ਬਿਨ ਜਿਹੜੀ ਆ ਉਹਨੇ ਆਪਣੇ ਸਟੇਟਸ ਵੀ ਆਪਣੀ ਪਾਰਟੀ ਦਾ 7 ਜੇ ਇੱਕ ਹੋਰ ਸੀਟ ਲੈ ਜਾਂਦੇ ਉਹਨਾਂ ਦਾ ਸਟੇਟਸ ਜਿਹੜਾ ਸੀ ਉਹ ਕਾਇਮ ਰਹਿਣਾ ਸੀ। ਥੋੜਾ ਜਿਹਾ ਸਾਡੇ ਦਰਸ਼ਕਾਂ ਦਾ ਸਟੇਟਸ ਕਿਵੇਂ ਕਾਇਮ ਹੁੰਦਾ? ਕਿ ਦੇਖੋ ਜਿਹੜੀ ਇਹਨਾਂ ਨੇ ਪਾਸ ਕੀਤਾ ਬਿੱਲ ਕਿ ਜਿਹੜੀ ਪਾਰਟੀ 8 ਸੀਟਾਂ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਨਹੀਂ ਲੈਂਦੀ ਉਹਨੂੰ ਗਵਰਨਮੈਂਟ ਦੀ ਫੰਡਿੰਗ ਨਹੀਂ ਮਿਲਣੀ। ਇੱਕ ਫੰਡਿੰਗ ਨਹੀਂ ਮਿਲਣੀ, ਇੱਕ ਜਿਹੜੀ ਇਲੈਕਸ਼ਨ ਲੜਦੇ ਆ ਉਹ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਿਹੜੇ ਕੈਂਡੀਡੇਟ ਵੀ ਲੜਦੇ ਉਸ ਪਾਰਟੀ ਨੂੰ ਉਹਨੇ ਪੈਸੇ ਮਿਲਦੇ ਆ। ਫਿਰ ਜਿਹੜੀ ਲੈਜਿਸਲੇਸ਼ਨ ਦੇ ਵਿੱਚ ਉੱਥੇ ਦਫ਼ਤਰ ਖੋਲ੍ਹਣਾ, ਕੁਐਸਚਨ ਪੀਰੀਅਡ ਈਵਨ ਦੇ ਵਿਲ ਅਲਾਓ ਨਹੀਂ ਹੋਣਗੇ ਕੁਐਸਚਨ ਕਰਨਾ ਵੀ, ਉਹਨਾਂ ਨੂੰ ਫੰਡਿੰਗ ਉਹਨਾਂ ਨੂੰ ਨਹੀਂ ਮਿਲਣੀ। ਸੋ ਫਿਰ ਇਹ ਇਕੱਲਾ ਇੱਥੇ ਹੀ ਨਹੀਂ ਬਸ, ਬਲਕਿ ਜਿਹੜੀਆਂ ਫਿਰ ਕਮੇਟੀਆਂ ਹੁੰਦੀਆਂ, ਬਹੁਤ ਕਮੇਟੀਆਂ ਬਣਦੀਆਂ, ਉਹਨਾਂ ਕਮੇਟੀਆਂ ਦੇ ਮੈਂਬਰ ਵੀ ਨਹੀਂ ਉਹ ਬਣ ਸਕਦੇ ਜੇ ਕੰਜ਼ਰਵੇਟਿਵ ਨਹੀਂ ਚਾਹੁੰਗੇ। ਸੋ ਇਸ ਲਈ ਇਟਸ ਬੜੀ ਵੈਰੀ ਸੀਰੀਅਸ ਇਹਦੇ ਕਨਸੀਕੁਐਂਸਿਸ, ਐਂਡ ਲਿਬਰਲ ਪਾਰਟੀ ਨੂੰ ਬਹੁਤ ਦੇਰ ਲੱਗੂਗੀ ਉੱਠਣ ਲਈ। ਮੈਨੂੰ ਯਾਦ ਹੈ ਕਿ 1923 ਵਿੱਚ ਪਹਿਲੀ ਦਫਾ ਇਹ ਥਰਡ ਪਾਰਟੀ ਹੁੰਦੀ ਸੀ, 1923 ਤੋਂ ਬਾਅਦ 2018 ਚ ਹੁਣ ਇਹ ਰਿਪੀਟ ਹੋਇਆ, ਹੁਣ ਇਹ ਥਰਡ ਪਾਰਟੀ ਬਣੀ ਜੀ। ਆਪਣੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਅਸੀਂ ਚੰਦ ਕਮਰਸ਼ਲਾਂ ਤੋਂ ਬਾਅਦ ਵਾਪਸ ਮੁੜਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆ ਜਿਹੜਾ ਸਾਡੀ ਗੱਲਬਾਤ ਹੋ ਰਹੀ ਹੈ ਓਨਟਾਰੀਓ ਚੋਣਾਂ ਦੇ ਨਤੀਜਿਆਂ ਤੇ ਗੱਲਬਾਤ ਕਰ ਰਹੇ ਹਾਂ। ਅਸੀਂ ਉਹਦੇ ਤੇ ਫੋਕਸ ਕੀਤਾ ਤੇ ਸਾਡੇ ਮਹਿਮਾਨ ਚਰਨਜੀਤ ਬਰਾੜ ਜੀ, ਜਿਹੜੀਆਂ 17 ਰਾਈਡਿੰਗਾਂ ਇੱਕ ਦੀ ਵਧੀਆਂ 107 ਤੋਂ 124 ਹੋਈਆਂ, ਜਿਹੜੀਆਂ 17 ਰਾਈਡਿੰਗਾਂ ਦਾ ਤੁਹਾਡੇ ਖਿਆਲ 'ਚ ਕਿਹੜੀ ਪਾਰਟੀ ਨੂੰ ਫਾਇਦਾ ਹੋਇਆ? ਮੈਨੂੰ ਲੱਗਦਾ ਜੀ 17 ਪਾਰਟੀਆਂ ਦਾ ਕੋਈ ਇਨ ਪਾਰਟੀਕੂਲਰ ਕਿਸੇ ਖਾਸ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਇਆ। ਉਵੇਂ ਹੀ ਵੋਟਾਂ ਦੀ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਆ ਸੀਟਾਂ ਦੀ, ਉਸ ਹਿਸਾਬ ਨਾਲ ਸਾਰੀਆਂ ਵਧੀਆਂ ਨੇ। ਇੱਕ ਮੇਰਾ ਬ੍ਰੇਕ ਤੋਂ ਪਹਿਲਾਂ ਜਿਹੜਾ ਤੁਹਾਡਾ ਸਵਾਲ ਸੀ ਨਾ, ਉਹਦੇ ਵੱਲ ਮੈਂ ਧਿਆਨ ਕੇਂਦਰਿਤ ਕਰਾਉਣਾ ਚਾਹੁੰਦਾ ਜੀ, ਵੀ ਐਨਡੀਪੀ ਪਾਰਟੀ ਨੂੰ ਮੁਕਾਬਲਤਨ ਉਨਾ ਫਾਇਦਾ ਕਿਉਂ ਨਹੀਂ ਹੋਇਆ, ਪੀਸੀ ਪਾਰਟੀ ਨੂੰ ਕਿਉਂ ਜ਼ਿਆਦਾ ਫਾਇਦਾ ਹੋਇਆ? ਦੇਖੋ, ਇੱਕ ਦੁਨੀਆ ਦੇ ਵਿੱਚ ਰਿਸੈਸ਼ਨ ਦਾ ਮਾਹੌਲ ਸੀਗਾ 90-91 ਦੇ ਵਿੱਚ, ਤੇ ਉਦੋਂ ਇੱਥੇ ਪ੍ਰੋਵਿੰਸ਼ੀਅਲ ਐਨਡੀਪੀ ਪਾਰਟੀ ਆ ਜਿਹੜੀ ਉਹ ਜਿੱਤੀ ਸੀ, ਤੇ ਲੋਕ ਸਾਡੇ ਅਜੇ ਵੀ ਸਮਝਦੇ ਨੇ ਕਿ ਸ਼ਾਇਦ ਉਹ ਐਨਡੀਪੀ ਪਾਰਟੀ ਉਹਦੇ ਲਈ ਜ਼ਿੰਮੇਵਾਰ ਸੀ, ਹਾਲਾਂਕਿ ਦੁਨੀਆ ਸਾਰੀ ਰਿਸੈਸ਼ਨ ਦੇ ਵਿੱਚ ਸੀ। ਉਹਦਾ ਐਨਡੀਪੀ ਪਾਰਟੀ ਨੂੰ ਥੋੜਾ ਜਿਹਾ ਲਾਸ ਹੋਇਆ। ਇਤਿਹਾਸ ਦੇ ਵਿੱਚ ਜਿਹੜਾ ਕੁਝ ਪਿਆ ਉਹ ਬਦਲਿਆ ਤਾਂ ਜਾ ਨਹੀਂ ਸਕਦਾ। ਦੂਜੇ ਪਾਸੇ ਮਾਈਕ ਹੈਰਿਸ ਦੀ ਜਦੋਂ ਗਵਰਨਮੈਂਟ ਬਣੀ ਹੈ ਪੀਸੀ ਪਾਰਟੀ ਦੀ, ਦੁਨੀਆ ਰਿਸੈਸ਼ਨ ਦੇ ਵਿੱਚੋਂ ਬਾਹਰ ਨਿਕਲ ਰਹੀ ਸੀ, ਉਹਦਾ ਨੈਚੁਰਲੀ ਸਾਰੇ ਦੇਸ਼ਾਂ ਨੂੰ ਫਾਇਦਾ। ਉਹਨਾਂ ਦੀ ਕੱਟ ਦੀ ਚਰਚਾ ਅੱਜ ਵੀ ਚੱਲ ਰਹੀ ਆ, ਜਿਹੜੇ ਉਹਨਾਂ ਨੇ ਕੱਟ ਹੈਲਥ ਤੇ ਲਾਏ, ਹੋਰ ਲਾਏ, ਉਹਦੀ ਚਰਚਾ ਚੱਲਦੀ। ਲੋਕ ਡਰ ਰਹੇ ਨੇ ਸਰਕਾਰ ਬਣਾਤੀ ਹੈ। ਬਿਲਕੁਲ ਜੀ, ਪਰ ਬਿਜ਼ਨਸਮੈਨ ਸੋਚਦਾ ਨਾ ਵੀ ਬਿਜ਼ਨਸਿਸ ਉਦੋਂ ਫਲਰਿਸ਼ ਕੀਤੇ ਸੀ, ਗਰੋ ਕੀਤੇ ਸੀ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਐਡਵਾਂਟੇਜ ਇਤਿਹਾਸ ਦੇ ਵਿੱਚ ਜਿਹੜਾ ਪਿਆ ਨਾ, ਜਿਹੜਾ ਆਪਣੇ ਆਪ ਹੀ ਹੋਇਆ, ਉਹ ਪਾਰਟੀਆਂ ਨੂੰ ਇੱਕ ਨੂੰ ਡਿਸਐਡਵਾਂਟੇਜ ਤੇ ਦੂਜੀ ਨੂੰ ਐਡਵਾਂਟੇਜ ਜਿਹੜਾ। ਢੀਂਡਸਾ ਸਾਹਿਬ, ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਦੇ ਵਿੱਚ ਜਿਹੜੀ ਨਵੀਂ ਉੱਭਰ ਰਹੀ ਪਾਰਟੀ ਸੀ ਗ੍ਰੀਨ ਪਾਰਟੀ, ਉਹਨੇ ਪਹਿਲੀ ਵਾਰ ਆਪਣਾ ਖਾਤਾ ਖੋਲ੍ਹਿਆ। ਤੁਹਾਡੇ ਖਿਆਲ 'ਚ ਇਹ ਜਿਹੜੀ ਨਵੀਂ ਉਹਨਾਂ ਦੀ ਐਂਟਰ ਹੋਈ ਆ ਪਾਰਟੀ, ਇਹ ਲੋਕਾਂ ਲਈ, ਓਨਟਾਰੀਓ ਦੇ ਲੋਕਾਂ ਲਈ ਕਿੰਨਾ ਕੁ ਸਹਾਈ ਸਿੱਧ ਹੋਵੇਗੀ? ਨਵੀਂ ਪਾਰਟੀ ਦਾ ਜੀ ਇਟਸ ਵੈਰੀ ਇੰਟਰਸਟਿੰਗ। $10 ਬਿਲੀਅਨ ਦਾ ਮੈਨ ਇਹ ਕਹਿ ਸਕਦੇ ਹਾਂ, ਜਿਹੜੇ ਉਹ ਕਹਿੰਦੇ ਆ ਜੀ ਅਸੀਂ ਸਮਾਲ ਬਿਜ਼ਨਸਮੈਨ ਦੇ ਟੈਕਸਿਸ ਘਟਾ ਦਿਆਂਗੇ, 11.5 ਤੋਂ ਅਸੀਂ 10.5 ਕਰ ਦਿਆਂਗੇ, ਮਿਡਲ ਕਲਾਸ ਦਾ ਟੈਕਸ ਘਟਾ ਦਿਆਂਗੇ, ਲੋਅਰ ਕਲਾਸ ਦਾ ਅਸੀਂ ਟੈਕਸ ਬਿਲਕੁਲ ਮਾਫ ਕਰ ਦਿਆਂਗੇ, ਹਾਈਡਰੋ ਦਾ ਅਸੀਂ 6 ਮਿਲੀਅਨ ਮੈਨ ਜਿਹੜਾ ਉਹ ਬੋਰਡ ਆ ਉਹਦੀ ਛੁੱਟੀ ਕਰਾ ਦਿਆਂਗੇ, ਐਂਡ ਸੋ ਮੈਨੀ ਜਿੰਨੇ ਵੀ ਪ੍ਰੋਮਿਸ ਕੀਤੇ ਆ। ਕੰਜ਼ਰਵੇਟਿਵ ਪਾਰਟੀ ਨੇ ਕੈਲਕੂਲੇਸ਼ਨ ਕੋਈ ਨਹੀਂ ਦਿੱਤੀ, ਹਿਸਾਬ ਕਿਤਾਬ ਕੋਈ ਨਹੀਂ ਦਿੱਤਾ ਕਿ ਉਹ ਪੈਸੇ ਆਉਣੇ ਕਿੱਥੋਂ ਆ। ਜੇ ਉਹ ਸਾਰੇ ਤੁਸੀਂ ਕਰਨਾ ਸ਼ੁਰੂ ਕਰੋ ਤਾਂ $10 ਬਿਲੀਅਨ ਬਣਦਾ। ਉਹ $10 ਬਿਲੀਅਨ ਦੀ ਤੂੰ ਇਹ ਤਾਂ ਕਹਿ ਰਹੇ ਕਿ ਅਸੀਂ ਆ ਫਾਇਦਾ ਦੇਣਾ, ਪਰ $10 ਬਿਲੀਅਨ ਆਉਣਾ ਕਿੱਥੋਂ ਆ? ਸੋ ਦੈਟਸ ਦੀ $1 ਮਿਲੀਅਨ ਕੁਐਸਚਨ। ਅੱਛਾ, ਇੱਕ ਬਰਾੜ ਸਾਹਿਬ ਕੁਐਸਚਨ ਉੱਠਿਆ ਇਹਨਾਂ ਚੋਣਾਂ ਦੇ ਦੌਰਾਨ
ਥੋੜੀ ਜੀ ਮੈਂ ਸਮਝਦਾ ਕਿ ਇੰਡੀਆ ਦੀ ਅਸੀਂ ਕਹਿ ਲਈਏ ਵੀ ਕਿਸੇ ਟਾਈਮ ਜ਼ਿਆਦਾ ਤਾਂ ਨਹੀਂ ਹੁੰਦਾ ਪਰ ਉੱਥੇ ਦੋਸ਼ ਜਿਹੜੇ ਚੋਣਾਂ ਤੋਂ ਕੁਝ ਪਹਿਲਾਂ ਸਮੇਂ ਲੱਗਦੇ, ਜਿਵੇਂ ਉਹਨਾਂ ਦੀ ਡਗਫੋਰਡ ਦੀ ਭਰਜਾਈ ਨੇ ਲਾਤਾ ਗੁਰਰਤਨ, ਤੇ ਦੂਜੀ ਪਾਰਟੀਆਂ ਨੇ ਉਹਦਾ ਜਿਹੜਾ ਕੋਈ ਪੁਰਾਣਾ ਪੋਸਟਰ ਕੱਢ ਲਿਆਂਦਾ, ਕੋਈ ਪਿਕਚਰ ਉਹਦੀ ਦਿਖਾ ਦੀ। ਇਸੇ ਤਰ੍ਹਾਂ ਰਬਦਮਨ ਢਿੱਲੋਂ ਤੇ ਉਹ 2 ਕੈਂਡੀਡੇਟ ਜਿਹੜੇ ਨੇ, ਮੈਂ ਸਮਝਦਾ ਕਿ ਉਹਨਾਂ ਤੇ ਕਿੰਨਾ ਕੁ ਅਸਰ ਪਿਆ। ਜੇ ਰਬਦਮਨ ਢਿੱਲੋਂ ਦੀਆਂ ਅਸੀਂ ਦੇਖੀਏ ਥੋੜ੍ਹੀਆਂ ਵੋਟਾਂ ਦੀ ਹਾਰੇ ਨੇ, ਇਹਨਾਂ ਜਿਹੜੇ ਦੋਸ਼ ਲੱਗਦੇ ਨੇ ਕੋਈ ਫਰਕ ਪੈਂਦਾ? ਦੇਖੋ ਜੀ, ਇਸ ਵਾਰੀ ਕੋਈ ਫਰਕ ਨਹੀਂ ਪਿਆ ਇਹਨਾਂ ਦਾ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਰਬਦਮਨ ਢਿੱਲੋਂ ਦੇ ਉੱਤੇ ਮੇਰੇ ਖਿਆਲ 7 ਕੇਸਿਸ ਦੀ ਗੱਲ ਚੱਲ ਰਹੀ ਸੀ, ਵੀ 4 ਤਾਂ ਆਲਰੇਡੀ ਚੱਲ ਰਹੇ ਆ, ਪਰ ਲੋਕਾਂ 'ਚ ਵੇਵ ਹੀ ਇੰਨੀ ਤਕੜੀ ਸੀ ਜੋ ਕਹਿੰਦੇ ਹੋਰ ਕੁਝ ਮਰਜ਼ੀ ਹੋਏ ਜਾਓ, ਲਿਬਰਲ ਦੇ ਹੱਥੋਂ ਸੱਤਾ ਖੋਣੀ ਆ। ਇਸ ਕਰਕੇ ਦੋਸ਼ਾਂ ਦਾ ਕੋਈ ਫਰਕ ਨਹੀਂ ਜੀ ਪਿਆ। ਅਸਲ ਵਿੱਚ ਭੁੱਲਰ ਸਾਹਿਬ ਗੱਲ ਇਹ ਆ, ਜਿਹੜੇ ਓਨਟਾਰੀਓ ਵੋਟਰਸ ਆ, ਇਹ ਪਿਛਲੀਆਂ 2 ਇਲੈਕਸ਼ਨਾਂ ਜਿਹੜੀਆਂ ਹੋ ਚੁੱਕੀਆਂ ਉਹਦੇ 'ਚ ਵੀ ਚੇਂਜ ਚਾਹੁੰਦੇ ਸੀ। ਉਹ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਅਸੀਂ ਪੱਲਾ ਕਿਹਦਾ ਫੜੀਏ। ਪਿਛਲੀ ਜਦੋਂ ਤੁਹਾਨੂੰ ਯਾਦ ਹੋਊਗਾ ਟੋਰੀ ਵੇਲੇ ਉਹਨੇ ਉਹ ਜਿੱਤੀ ਗੇਮ ਇਹਨਾਂ ਨੂੰ ਫੜਾਤੀ, ਇਹ ਕਹਿ ਕੇ ਜੀ ਮੈਂ ਫੰਡਿੰਗ ਕੈਥੋਲਿਕ ਸਕੂਲ ਨੂੰ ਦਊਂ। ਮਗਰੋਂ ਆ ਗਿਆ ਹੁਡਕ, ਜਿੱਦਣ ਉਦੋਂ ਵੀ ਇਲੈਕਸ਼ਨ ਕਾਲ ਕੀਤੀ ਆ ਉਹ ਵੀ ਲੀਡ ਕਰਦਾ ਸੀ, ਉਹਨ ਵਿੱਚ ਇਲੈਕਸ਼ਨਾਂ ਦੇ ਵਿੱਚ ਕਹਿਤਾ ਜੀ ਮੈਂ 1 ਲੱਖ ਬੰਦਾ ਫਾਇਰ ਕਰ ਦਊਂ। ਸੋ ਲੋਕਾਂ ਨੂੰ ਫਿਰ ਚੁਆਇਸ ਕੋਈ ਨਹੀਂ ਸੀ। ਐਤਕੀ ਤਾਂ ਲੋਕੀ ਇੱਦਾਂ ਲੱਗਾ ਵੀ ਲੋਕੀ ਚੇਂਜ ਚਾਹੁੰਦੇ ਸੀ, ਲੋਕੀ ਵਰ ਫੈਡ ਅਪ, ਰਾਈਟ। ਸੋ ਇਸ ਕਰਕੇ ਉਹਨਾਂ ਨੇ ਕੋਈ ਕ੍ਰਿਟਿਸਿਜ਼ਮ ਨਹੀਂ ਸੁਣਿਆ, ਉਹਨਾਂ ਨੇ ਕਿਸੇ ਕੈਂਡੀਡੇਟ ਦੇ ਉੱਤੇ ਇਨਵੈਸਟੀਗੇਸ਼ਨ ਹੋ ਰਹੀ ਆ ਕਿ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੇ। ਹਾਂਜੀ ਬਰਾੜ ਸਾਹਿਬ, ਜੇ ਆਪਾਂ ਦੇਖੀਏ ਪੰਜਾਬੀਆਂ ਲਈ ਇੱਕ ਹੋਰ ਵੀ ਬੜੇ ਮਾਣ ਦੀ ਗੱਲ ਆ, ਇਹ ਪਹਿਲੀ ਵਾਰ ਹੋ ਰਿਹਾ ਕਿ ਇੱਕ ਉਸ ਪਾਰਟੀ ਦਾ ਪ੍ਰਧਾਨ ਪੰਜਾਬੀ ਹੋਵੇ ਜਿਹਦੀ ਬਹੁਮਤ ਸਰਕਾਰ ਬਣ ਜਾ ਰਹੀ ਆ। ਜੈ ਗੋਡਵਾਲ ਜੀ ਪੀਸੀ ਪਾਰਟੀ ਦੇ ਲੀਡਰ ਨੇ, ਔਰ ਪਹਿਲਾਂ ਪ੍ਰਧਾਨ ਕੋਈ ਮੇਰਾ ਖਿਆਲ ਬਣੇ ਵੀ ਨਹੀਂ, ਢੀਂਡਸਾ ਸਾਹਿਬ ਦੇ ਨੋਟਿਸ ਹੈ, ਇਹ ਪਹਿਲੀ ਵਾਰ ਪ੍ਰਧਾਨ ਬਣੇ ਨੇ। ਤੁਸੀਂ ਕਿਵੇਂ ਲੈਂਦੇ ਹੋ ਉਹਨਾਂ ਦੀ ਪ੍ਰਧਾਨਗੀ ਨੂੰ? ਦੇਖੋ ਜੀ, ਪੰਜਾਬੀ ਆ ਜਿਹੜੇ ਉਹ ਪੋਲੀਟੀਕਲੀ ਚੇਤਨ ਨੇ ਜ਼ਿਆਦਾ, ਉਹ ਅਗਰੈਸਿਵਲੀ ਪੋਲੀਟਿਕਸ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ, ਤੇ ਇਹ ਵੀ ਪਹਿਲੀ ਵਾਰੀ ਹੋ ਰਿਹਾ ਵੀ ਉਸ ਵੇਲੇ ਭਾਵੇਂ ਵੱਖਰੀ ਪਾਰਟੀ ਦਾ ਸਹੀ ਜਿਹੜਾ ਫੈਡਰਲ ਲੈਵਲ ਤੇ ਪ੍ਰਧਾਨ ਆ ਉਹ ਵੀ ਸਰਦਾਰ ਜਗਮੀਤ ਸਿੰਘ ਆ ਜੀ। ਇਹ ਵੀ ਕੋਇਨਸੀਡੈਂਸ ਹੈ ਜੀ ਇੱਕ। ਪਰ ਮੈਨੂੰ ਲੱਗਦਾ ਪੰਜਾਬੀਆਂ ਦੇ ਨਾ ਮਾਹੌਲ ਦੇ ਵਿੱਚ ਹੈਗੀ ਆ ਇਹ ਗੱਲ, ਪੋਲੀਟੀਕਲੀ ਸ਼ਾਰਪ ਨੇ, ਉਹ ਸੋਚਦੇ ਨੇ ਕਿ ਅਸੀਂ ਜੋੜ ਤੋੜ ਕਰਕੇ ਇੱਕ ਵਾਰੀ ਆਪਦੀ ਆਈਡੈਂਟੀਟੀ ਹੈ ਜਿਹੜੀ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰੀ, ਤੇ ਨਥਿੰਗ ਰੋਂਗ ਇਨ ਦੈਟ। ਜੇ ਉਹ ਸ਼ਾਰਪ ਨੇ, ਪੋਲੀਟੀਕਲੀ ਸ਼ਾਰਪ ਨੇ, ਇਹਦੇ 'ਚ ਕੋਈ ਮਾੜੀ ਗੱਲ ਵੀ ਨਹੀਂ ਹੈਗੀ। ਤੇ ਅਲਟੀਮੇਟਲੀ ਬਰੈਂਪਟਨ ਦੇ ਵਿੱਚ ਤਾਂ ਇਸ ਤਰ੍ਹਾਂ ਸੀ ਨਾ ਵੀ ਜਿਹੜਾ ਮਰਜ਼ੀ ਹਾਰੇ ਜਿਹੜਾ ਮਰਜ਼ੀ ਜਿੱਤੇ ਤੇ ਪੰਜਾਬੀ ਹੋ ਜਿੱਤਣੇ ਆ ਜੀ। ਪਰ ਨਵਾਂ ਟ੍ਰੈਂਡ ਆ ਜਿਹੜਾ ਸ਼ੁਰੂ ਹੋਇਆ ਕੈਵਿਨ ਦੇ ਆਉਣ ਦੇ ਨਾਲ, ਉਹ ਇਹ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ, ਭਾਵੇਂ ਪੰਜਾਬੀਆਂ ਦਾ ਇਲਾਕਾ ਹੋਵੇ, ਤੇ ਜੇ ਪਾਰਟੀ ਦਾ ਆਧਾਰ ਹੈਗਾ, ਕੈਂਡੀਡੇਟ ਵਧੀਆ ਹੈਗਾ, ਤਾਂ ਜਿਹੜਾ ਮੇਰਾ ਖਿਆਲ ਚੰਗੀ ਗੱਲ ਆ। ਅਸੀਂ ਇਹ ਸੋਚਣਾ ਸ਼ੁਰੂ ਕੀਤਾ ਵੀ ਸਾਡੇ ਤੋਂ ਬਿਨਾਂ ਹੋਰ ਵੀ ਲੋਕ ਸਿਆਣੇ ਤੇ ਚੰਗੇ ਹੈਗੇ ਨੇ। ਪਹਿਲਾਂ ਸਾਡੇ ਦੇਖੋ, ਪਹਿਲਾਂ ਸਾਡੇ ਲੋਕ ਇਹ ਸੋਚਦੇ ਸੀ ਪਤਾ ਨਹੀਂ ਵੀ ਸਾਡਾ ਕਲਚਰ ਹੀ ਸਭ ਤੋਂ ਵਧੀਆ, ਤੇ ਹੁਣ ਉਹਨਾਂ ਨੇ ਇਹ ਗੱਲ ਆ ਜਿਹੜੀ ਸੋਚਣੀ ਸ਼ੁਰੂ ਕਰਤੀ ਵੀ ਬਾਕੀ ਵੀ ਸਾਡੇ ਵਰਗੇ ਨੇ, ਚੰਗੇ ਨੇ। ਓਨਟਾਰੀਓ 'ਚ ਚੇਂਜ ਲੈਂਦੀ ਆ, ਉੱਥੇ ਮੈਂ ਸਮਝਦਾ ਕਿ ਬਰੈਂਪਟਨ ਦੀ ਸੀਟ ਤੇ ਵੀ ਚੇਂਜ ਆ ਗਿਆ। ਤੇ ਆਪਾਂ ਹੁਣ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਪੰਜਾਬੀ ਉਮੀਦਵਾਰਾਂ ਦੀ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੀ ਵਾਪਸ ਮੁੜਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਅਸੀਂ ਫਿਰ ਹਾਜ਼ਰ ਹਾਂ, ਤੇ ਸਾਡੀ ਹੁਣ ਗੱਲਬਾਤ ਹੋਏਗੀ ਓਨਟਾਰੀਓ ਚੋਣਾਂ ਦੇ ਵਿੱਚ ਜਿੱਤੇ 7 ਪੰਜਾਬੀਆਂ ਬਾਰੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਕਰ ਕਰਨਾ, ਤੁਸੀਂ ਬਰੈਂਪਟਨ ਸਾਊਥ ਤੋਂ ਉਸ ਹਲਕੇ 'ਚੋਂ ਤੁਸੀਂ ਚੋਣ ਵੀ ਲੜੀ ਸੀ, ਤੇ ਇਸ ਵਾਰੀ ਲਿਬਰਲ ਦੇ ਉਮੀਦਵਾਰ ਲਈ ਸਾਡੇ ਫੈਡਰਲ ਦੇ ਵੀ ਪਾਲ ਮਾਰਟਨ, ਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਜੌਨ ਕ੍ਰਿਸਚੀਅਨ, ਤੇ ਇਸ ਤੋਂ ਇਲਾਵਾ ਨਵਦੀਪ ਬੈਂਸ ਜੀ, ਕਮਲ ਖਹਿਰਾ, ਸੋਨੀਆ ਸਿੱਧੂ MP, 3 MPਆਂ ਨੇ ਬਹੁਤ ਜ਼ੋਰ ਲਾਇਆ। ਉਹਦੇ ਬਾਅਦ ਵੀ ਜਿਹੜੀ ਇਹ ਚੋਣ ਹਾਰ ਗਏ, ਕੀ ਲੱਗਦਾ ਤੁਹਾਨੂੰ? ਗੱਲ ਬੜੀ ਸਿੱਧੀ ਹੈ ਜੀ ਕਿ ਲੋਕੀ ਚੇਂਜ ਚਾਹੁੰਦੇ ਸੀ, ਐਂਡ ਚੇਂਜ ਦੀ ਫਿਰ ਉਹਨਾਂ ਨੇ ਦੇਖਿਆ ਵੀ NDP ਕਈ ਲੋਕਾਂ ਦੇ ਸੀ। ਇੱਕ ਗੱਲ ਜ਼ਰੂਰ ਹੋਈ ਆ ਕਿ ਜਿਹੜੀ NDP ਦੀ ਨੈਕ ਟੂ ਨੈਕ ਸੀ ਕੰਜ਼ਰਵੇਟਿਵ ਪਾਰਟੀ ਦੇ ਨਾਲ, ਪਰ NDP ਦਾ ਜਿਹੜਾ ਆਧਾਰ ਆ ਉਹ ਟੋਰਾਂਟੋ, ਵਿੰਡਜ਼ਰ ਤੇ ਹੈਮਿਲਟਨ ਸੀ। ਉਹ ਤੋਂ ਬਾਅਦ ਜਿਹੜੀਆਂ ਬਾਕੀ ਦਾ ਸਾਰਾ ਹੀ ਏਰੀਆ, ਜਗਮੀਤ ਸਿੰਘ ਦਾ ਕੋਈ ਅਸਰ ਪਿਆ ਇਹਨਾਂ 'ਚ? ਜਗਮੀਤ ਸਿੰਘ ਦਾ ਕੋਈ ਅਸਰ ਨਹੀਂ ਪਿਆ ਜੀ। ਪਰ ਬਰੈਂਪਟਨ ਦੇ ਵਿੱਚ ਤਾਂ ਉਹਨਾਂ ਨੇ ਸਮਝੋ ਮੈਜੋਰਟੀ ਲੈ ਕੇ ਨਹੀਂ, NDP ਦਾ ਅਸਰ ਤਾਂ ਜੇ ਆਪਾਂ ਦੇਖੀਏ ਪਹਿਲਾਂ 0 ਸੀ, ਉਹ ਪਹਿਲੀ ਇਹ ਮੇਰੀ ਓਪੀਨੀਅਨ ਹੈ ਕਿ ਜਗਮੀਤ ਸਿੰਘ ਦਾ ਕੋਈ ਅਸਰ ਨਹੀਂ ਹੋਇਆ। ਜੇ ਅਸਰ ਹੁੰਦਾ ਤਾਂ ਉਹਨਾਂ ਦਾ ਜਦੋਂ ਲੀਡਰ ਬਣਿਆ, ਕਿੰਨੀਆਂ ਬਾਈ ਇਲੈਕਸ਼ਨਸ ਹੋਈਆਂ, ਉਹਦੇ 'ਚੋਂ ਆਪਣਾ ਵੋਟਿੰਗ ਬੈਂਕ ਨਹੀਂ ਵਧਾ ਸਕੇ, ਕੋਈ ਇਲੈਕਸ਼ਨ
इलेक्शन को जित नहीं सके, इलेक्शन जित के वो पार्लीमेंट च नहीं जा सके, पता नहीं की उन्होंने हैसीटेशन है। फिर उन्होंने काकस के विच भी रफड़ पिया आ, ਉਹਦੇ ਵਿੱਚ ਵੀ ਕੌਨਫੀਡੈਂਸ ਇੰਨਾ ਨਹੀਂ ਬਿਲਡ ਹੋਇਆ। ਸੋ ਅਸੀਂ ਉਸ ਆਧਾਰ ਉਸ ਪੱਖੋਂ ਦੇਖ ਰਹੇ ਹਾਂ। ਅੱਛਾ ਬਰਾੜ ਸਾਹਿਬ, ਆਪਣੇ ਪੰਜਾਬੀ ਜਿਹੜੇ ਨੇ ਟੋਟਲ ਕਿੰਨੇ ਉਮੀਦਵਾਰ ਜਿੱਤੇ ਨੇ ਇਹਨਾਂ ਚੋਣਾਂ 'ਚ? 7 ਉਮੀਦਵਾਰ ਜਿੱਤੇ ਆ ਜੀ। ਕੀ ਕਿੱਥੋਂ ਕਿੱਥੋਂ? ਦੇਖੋ ਜੇ ਆਪਾਂ ਇਧਰਲੇ ਪਾਸੋਂ ਸਾਊਥ ਤੋਂ ਸ਼ੁਰੂ ਕਰੀਏ, ਸਾਊਥ ਤੋਂ ਸਰਦਾਰ ਪ੍ਰਮੀਤ ਸਿੰਘ ਸਰਕਾਰੀਆ ਜੀ ਜਿੱਤੇ ਨੇ ਜੀ। ਸਾਊਥ ਤੋਂ ਆਪਾਂ ਬਰੈਂਪਟਨ ਵੈਸਟ ਵੰਨੀ ਚਲੇ ਜਾਂਦੇ ਆ ਤੇ ਅਮਰਜੋਤ ਸੰਧੂ ਜਿੱਤੇ ਨੇ ਜੀ। ਇਹ ਦੋਨੇ ਪੀਸੀ ਪਾਰਟੀ ਦੇ ਨੇ। ਫਿਰ ਆਪਾਂ ਇੱਧਰ ਮੁੜਿਆ ਆਉਂਦੇ ਆ ਜੀ ਸੈਂਟਰ ਵੱਲ ਸੈਰਾ ਸਿੰਘ ਐਨਡੀਪੀ ਜਿੱਤੇ ਨੇ ਜੀ। ਤੇ ਫਿਰ ਆਪਾਂ ਚਲੋ ਨਾਰਥ ਦੇ ਵਿੱਚੋਂ ਕੈਵਨ ਦਿੱਤੇ ਨੇ, ਆਪਾਂ ਪੰਜਾਬੀ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ। ਫਿਰ ਆਪਾਂ ਇੱਧਰ ਆ ਜਾਈਏ ਸਰਦਾਰ ਈਸਟ ਵੱਲ ਸਰਦਾਰ ਗੁਰਰਤਨ ਸਿੰਘ ਜੀ ਜਿੱਤੇ ਨੇ ਜੀ। ਤੇ ਬਰੈਂਪਟਨ ਦੇ ਵਿੱਚ ਹੋਰ ਉਮੀਦਵਾਰ ਜਿਹੜੇ ਮਿਸਿਸਾਗਾ ਮਾਲਟਨ ਤੋਂ ਤਾਂਗੜੀ ਹਾਂਜੀ, ਉਹ 10 ਵਾਰ ਮੇਰਾ ਖਿਆਲ ਪਹਿਲਾਂ ਉਹਨਾਂ ਨੇ ਚੋਣ ਲੜੀ ਸੀ, ਉਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਜੀ। ਫਿਰ ਪਰਮਗਿੱਲ ਜੀ ਮਿਲਟਨ ਤੋਂ ਜਿੱਤੇ ਨੇ। ਨੀਨਾ ਤਾਂਗੜੀ ਸਾਡੇ ਮਿਸਿਸਾਗਾ ਨੀਨਾ ਤਾਂਗੜੀ ਐਕਚੁਅਲੀ ਨੀਨਾ ਤਾਂਗੜੀ ਨੇ 10 ਵਾਰੀ ਮੇਰਾ ਖਿਆਲ 6ਵੀਂ ਵਾਰ ਉਹਨਾਂ ਨੇ ਚੋਣ ਲੜੀ ਹੈ, ਜਾਂ 6ਵੀਂ ਜਾਂ 7ਵੀਂ ਵਾਰ, ਪਰ ਉਹ ਜੁੜੇ ਰਹੇ ਨੇ ਆਪਣੀ ਪਾਰਟੀ ਦੇ ਨਾਲ। ਤੇ ਉਹ ਇਸ ਚੋਣ ਦੇ ਵਿੱਚ ਜਿਹੜਾ ਸਭ ਤੋਂ ਵੱਧ ਵੋਟਾਂ ਦੇ ਨਾਲ ਸੱਤੇ ਪੰਜਾਬੀ ਉਮੀਦਵਾਰਾਂ ਦੀ ਜੇ ਗੱਲ ਕਰੀਏ, ਸਭ ਤੋਂ ਵੱਧ 8000 ਦੇ ਵੋਟਾਂ ਦੇ ਲਗਭਗ ਫਰਕ ਨਾਲ ਉਹ ਜਿੱਤੇ ਨੇ। ਤੇ ਸਾਰਾ ਸਿੰਘ ਜਿਹੜੇ ਨੇ ਉਹ ਸਭ ਤੋਂ ਘੱਟ ਵੋਟਾਂ 89 ਵੋਟਾਂ ਦੇ ਫਰਕ ਨਾਲ ਉਹਨਾਂ ਨੇ। ਲਾਸਟ ਮੂਵਮੈਂਟ ਦਾ ਕਦੇ 50 ਚੱਲ ਰਿਹਾ ਸੀ ਜੀ, ਇੱਕ ਵਾਰੀ 20 ਤੇ ਵੀ ਆ ਗਏ ਸੀ, ਤੇ ਫਿਰ ਉਹ ਮੇਰਾ ਖਿਆਲ 80 ਵੋਟਾਂ ਦੇ ਫਰਕ ਨਾਲ ਜਿੱਤੇ ਜੀ। ਢੀਂਡਸਾ ਸਾਹਿਬ, ਜੇ ਆਪਾਂ ਕਹੀਏ ਕਿ ਡਗਫੋਰਡ ਸਾਹਿਬ ਨੇ ਬੜੇ ਵਾਅਦੇ ਪਹਿਲਾਂ ਵੀ ਕੀਤੇ, ਹੁਣ ਵੀ ਉਹਨਾਂ ਨੇ 21 ਦਿਨ ਤੋਂ ਬਾਅਦ ਕਿਹਾ ਵੀ ਅਸੀਂ ਆਪਣੇ ਜਿਹੜਾ ਹੈਗਾ ਕੰਮ ਆਪਣਾ ਸ਼ੁਰੂ ਕਰ ਦਾਂਗੇ, ਜੋ ਵਾਅਦੇ ਕੀਤੇ ਨੇ, ਕਿੰਨੇ ਕੁ ਤੁਹਾਡੇ ਖਿਆਲ ਦੇ ਵਿੱਚ ਉਹ ਪੂਰਾ ਉਤਰਨਗੇ? ਉਹ ਜੀ ਜਿਹੜਾ ਉਹਨਾਂ ਦਾ ਸਲੋਗਨ ਸੀ ਹੈਲਪ ਔਨ ਦੀ ਵੇ, ਹਾਂਜੀ, ਐਂਡ ਇਹ ਹੁਣ ਹੈਲਪ ਔਨ ਦੀ ਵੇ, ਇਹ ਤਾਂ ਪਤਾ ਲੱਗੂਗਾ ਵੀ ਕੀ ਹੈਲਪ ਉਹ ਕਰਦੇ ਆ। ਪਹਿਲਾਂ ਤਾਂ ਉਹਨੂੰ ਐਕਸਪਲੇਨ ਕਰਨਾ ਪਊਗਾ ਵੀ ਜਿਹੜੇ ਵਾਅਦੇ ਕੀਤੇ ਆ ਉਹ ਫੰਡਿੰਗ ਕਿੱਥੋਂ ਆਉਣੀ ਆ। ਫੰਡਿੰਗ ਦੇ 3 ਹੀ ਤਰੀਕੇ ਆ। ਇੱਕ ਤਰੀਕਾ ਹੈਗਾ ਤੁਸੀਂ ਡੈਫਿਸਿਟ ਕ੍ਰੀਏਟ ਕਰੋ, ਮਤਲਬ ਬੋਰੋ ਕਰੋ। ਦੂਸਰਾ ਟੈਕਸ ਪੇਅਰਸ ਦੇ ਉੱਤੇ ਟੈਕਸ ਲਾਓ। ਐਂਡ ਤੀਸਰਾ ਹੈਗਾ ਕੱਟ ਡਾਊਨ ਦੀ ਸਪੈਂਡਿੰਗ। ਐਂਡ ਇਹ ਹੁਣ ਡਿਪੈਂਡ ਕਰਦਾ ਉਹ ਮਤਲਬ ਉਹਨਾਂ ਦੇ ਵੀ ਇੱਕ ਇਕੋਨੋਮਿਸਟ ਹੋਣਗੇ, ਉਹ ਦੱਸਣਗੇ ਵੀ ਅਸੀਂ ਕਿੱਥੋਂ ਕਰਨਾ। ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਜਿਹੜੀ ਉਹ ਬਿਜ਼ਨਸ ਟੈਕਸ ਘੱਟ ਕਰਨਾ, ਇਹਦੀ ਜਿਹੜੀ ਕਾਸਟ ਹੈ 1.24 ਬਿਲੀਅਨ ਡਾਲਰਸ, ਉਹ ਕਿੱਥੋਂ ਆਉਣੇ ਆ? ਇਹ ਹੀ ਹੈਵ ਟੂ ਐਕਸਪਲੇਨ ਇਟ। ਅੱਛਾ, ਇੱਕ ਤਾਂ ਹੈਗਾ ਪੱਖ ਇਹ। ਦੂਸਰਾ ਪੱਖ ਇਹ ਆ ਕਿ ਜਿਹੜੀ ਇਸ ਵੇਲੇ ਜਿਹੜੀ ਓਨਟਾਰੀਓ ਦੀ ਅਨਪਲੋਇਮੈਂਟ ਬੜੀ ਥੱਲੇ ਆ, 5.6% ਹੈ। ਓਨਟਾਰੀਓ ਇਜ਼ ਬੂਮਿੰਗ ਐਂਡ ਜੇ ਰਾਈਟ ਇਹ ਕਰਦੇ ਰਹੇ ਤਾਂ ਪਰਹੈਪਸ ਇਟ ਵਿਲ ਹੈਲਪ ਹਿਮ, ਜਿੱਦਾਂ ਮਾਈਕ ਹੈਰਿਸ ਵੇਲੇ ਹੋਇਆ ਸੀ। ਕਿਉਂਕਿ ਅਮਰੀਕਾ ਸਾਊਥ ਆਫ ਦੀ ਬਾਰਡਰ, ਉੱਥੇ ਤਾਂ 4% ਤੋਂ ਵੀ ਘੱਟ ਇੰਟਰਸਟ ਆ, ਇੰਟਰਸਟ ਇਜ਼ ਅਪ ਜਾ ਰਿਹਾ। ਇਹ ਚੈਲੰਜ ਫੋਰਡ ਲਈ ਬਹੁਤ ਬੜਾ ਚੈਲੰਜ ਆ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਇੰਟਰਸਟ ਰੇਟ ਅਪ ਜਾ ਰਿਹਾ। ਲੋਕਾਂ ਸਿਰ ਕਰਜ਼ਾ ਬਹੁਤ ਹੈ, 1.72% ਬਹੁਤ ਹੈ ਕਰਜ਼ਾ ਹਿਸਟੋਰੀਕਲੀ। ਇਹਨੂੰ ਕਿੱਦਾਂ ਕਰਨਗੇ? ਜੇ ਇੱਕ ਮਾੜਾ ਜਿਹਾ ਹੁਚਕਾ ਵੀ ਲੱਗਿਆ ਤਾਂ ਦੇयर ਕੈਨ ਬੀ ਰਿਸੈਸ਼ਨ ਟੂ। ਅੱਛਾ ਬਰਾੜ ਸਾਹਿਬ, ਜੇ ਆਪਾਂ ਦੇਖੀਏ ਪਿਛਲੀ ਜਿਹੜੀ ਭੰਗ ਹੋਈ ਆਪਣੀ ਪਾਰਲੀਮੈਂਟ ਸੀ, ਉਹਦੇ ਵਿੱਚ 5 ਮੂਲ ਦੇ ਪੰਜਾਬੀ ਮੂਲ ਦੇ 5 MPP ਸੀ, ਜਿਨ੍ਹਾਂ ਦੇ ਵਿੱਚੋਂ ਹਰਿੰਦਰ ਤਰਖਰ ਨੇ ਚੋਣ ਨਹੀਂ ਲੜੀ। ਬਾਕੀ ਜਿਨ੍ਹਾਂ ਨੇ ਵੀ ਲੜੀ ਉਹ ਸਾਰੇ ਹਾਰ ਗਏ। ਕੀ ਕਾਰਨ ਲੱਗਦਾ ਉਹਨਾਂ ਦੀ ਹਾਰ ਦਾ? ਹਨੇਰੀ ਜਦੋਂ ਆਉਂਦੀ ਹੈ ਜੀ ਤੇ ਉਹ ਵੱਡੇ ਥੰਮ ਜਿਹੜੇ ਉਹ ਹਿਲਾ ਦਿੰਦੀ ਹੈ ਜੀ। ਬਿਲਕੁਲ ਇਹ ਜਿਹੜੀ ਐਂਟੀ ਲਿਬਰਲ ਵੇਵ ਸੀ 15 ਸਾਲ ਤੋਂ ਲਗਾਤਾਰ ਸੱਤਾ 'ਚ ਰਹੇ ਸੀ, ਉਹਨੇ ਹਰਾਤਾ ਜੀ। ਤੇ ਆਮ ਬੰਦਾ ਨਾ ਜਿਹੜਾ, ਹੁਣ ਦੇਖੋ ਭੁੱਲਰ ਸਾਹਿਬ, ਕੋਈ ਮਰਜ਼ੀ ਕਹੀ ਜਾਵੇ, ਪਰ ਮਿਨੀਮਮ ਵੇਜਸ ਆ ਜਿਹੜੀਆਂ ਇਹ ਜੁੜਨੀਆਂ ਚਾਹੀਦੀਆਂ ਕੀਮਤ ਸੂਚਕਾਂਕ ਦੇ ਨਾਲ, ਪ੍ਰਾਈਸ ਇੰਡੈਕਸ ਦੇ ਨਾਲ। ਹੁਣ 10 ਸਾਲ ਲਗਾਤਾਰ ਵਧਾਈਆਂ ਨਹੀਂ, 12 ਸਾਲ। ਲੋਕ ਇਸ ਵਾਰੀ ਸਮਝ ਗਏ ਵੀ ਇਹ ਸਿਰਫ ਚੋਣਾਂ ਨੂੰ ਮੂਹਰੇ, ਹਾਲਾਂਕਿ ਜਾਇਜ਼ ਮੰਗ ਆ ਇਹ, ਪਹਿਲਾਂ ਤੋਂ ਥੋੜੀ ਵਧਾਉਣੀ ਚਾਹੀਦੀ ਸੀ। ਬਿਲਕੁਲ, ਲੋਕ ਸਮਝਦੇ ਨੇ। ਮੰਗਾਂ ਤਾਂ ਉਹਨਾਂ ਨੇ ਪਿਛਲੇ 3 ਮਹੀਨੇ 'ਚ ਪੂਰੀਆਂ ਕੀਤੀਆਂ ਨੇ ਲੋਕਾਂ ਨੇ, ਜਿਹੜੇ ਕੀਤੇ ਨੇ। ਤੇ ਢੀਂਡਸਾ ਸਾਹਿਬ, ਜੇਕਰ ਆਪਾਂ ਨਿਗਾਹ ਮਾਰੀਏ ਕੈਬਨਿਟ ਤੇ, ਕੈਬਨਿਟ ਦੀ ਭਾਵੇਂ ਹੁਣ ਅੰਦਰੋਂ ਖੱਤੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਤੇ ਤੁਹਾਡੇ ਖਿਆਲ 'ਚ ਕੀ ਲੱਗਦਾ ਕਿ ਇਸ ਆਪਣੇ ਡਗਫੋਰਡ ਦੀ ਕੈਬਨਿਟ ਦੇ ਵਿੱਚ ਕੋਈ ਪੰਜਾਬੀ ਮੂਲ ਦੇ ਵੀ ਸਾਡੇ ਕੋਈ ਆਉਣਗੇ? ਕਿਉਂਕਿ ਸਾਡੀ 7% ਹਿਸਾਬ ਨਾਲ ਹੁਣ ਕੰਜ਼ਰਵੇਟਿਵ ਜਿੱਤ ਗਿਆ 76। ਇਹ ਹੁਣ ਡਿਪੈਂਡ ਕਰਦਾ ਫੋਰਡ ਦੀ ਜਿਹੜੀ ਇਨਰ ਸਰਕਲ ਆ, ਕਿ ਉਹਨਾਂ ਨੇ ਜਿਹੜਾ ਸਾਊਥ ਈਸਟ ਭਾਈਚਾਰਾ, ਇਹਦੇ ਵਿੱਚੋਂ ਇੱਕ ਬੰਦਾ ਤਾਂ ਮੇਰੇ ਖਿਆਲ ਜ਼ਰੂਰ ਲੈਣਗੇ, ਇੱਕ ਬੰਦਾ ਸਾਊਥ ਏਸ਼ੀਆ ਇਹਨਾਂ 'ਚੋਂ ਲੈਣਗੇ, ਇੱਕ ਬੰਦਾ ਬਲੈਕ ਕਮਿਊਨਿਟੀ 'ਚੋਂ ਲੈਣਗੇ। ਐਂਡ ਮੇਰੇ ਖਿਆਲ ਸੱਤਾਂ 'ਚੋਂ ਮੈਨੂੰ ਤਾਂ
ਸਰਕਾਰੀਏ ਤੇ ਜ਼ਿਆਦਾ ਲੱਗਦਾ। ਹਾਂਜੀ, ਤੁਸੀਂ ਅਖੀਰ ਦੇ ਵਿੱਚ 1 ਮਿੰਟ ਕੀ ਕਹਿਣਾ ਚਾਹੋਗੇ ਆਪਣਾ? ਚੋਣਾਂ ਦੇ ਸੰਬੰਧ 'ਚ ਇਹੀ ਕਹਿਣਾ ਚਾਹੂੰਗਾ ਜੀ, ਦੇਖੋ ਲੋਕਾਂ ਦਾ ਫੈਸਲਾ ਖਿੜੇ ਮੱਥੇ ਪ੍ਰਵਾਨ ਹੋਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਓਨਟਾਰੀਓ ਜਿਹੜਾ ਉਹ ਤਰੱਕੀਆਂ ਕਰਦਾ ਜਾਵੇ, ਵਿੱਚ ਪ੍ਰੋਬਲਮਸ ਬਹੁਤ ਨੇ, ਠੰਮੇ ਦੇ ਨਾਲ ਚੱਲਣਾ ਚਾਹੀਦਾ ਸਰਕਾਰ ਨੂੰ। ਦੁਨੀਆ ਲੈਵਲ ਦੇ ਉੱਤੇ ਜਿਹੜੀ ਹੋਰ ਇੱਕ ਵੱਖਰੀ ਗੱਲ ਆ ਵੀ ਦੁਨੀਆ ਲੈਵਲ ਦੇ ਉੱਪਰ ਜਿਹੜੀਆਂ ਸੱਜੇ ਪੱਖੀ ਤਾਕਤਾਂ ਨੇ ਉਹ ਬਹੁਤ ਸਿਰ ਚੁੱਕ ਰਹੀਆਂ ਨੇ, ਆਮ ਲੋਕਾਂ ਦੇ ਮੰਗਾਂ ਮਸਲੇ ਹੱਲ ਨਹੀਂ ਹੋ ਰਹੇ। ਜੇ ਸਰਕਾਰ ਨੇ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਵੀ ਆਮ ਲੋਕਾਂ ਦੀ ਸਰਵਿਸਿਜ਼ ਦੇ ਕੱਟ ਲਾਉਣ ਦੀ ਕੋਸ਼ਿਸ਼ ਕੀਤੀ, ਮੇਰਾ ਖਿਆਲ ਇਹ ਸਰਕਾਰ ਨੂੰ ਬੈਕਫਾਇਰ ਕਰੂਗੀ ਬਾਅਦ ਵਿੱਚ। ਢੀਂਡਸਾ ਸਾਹਿਬ, ਇਹ ਜਿਹੜੇ ਚੋਣ ਨਤੀਜੇ ਆਏ ਨੇ ਪਾਰਲੀਮੈਂਟ ਦੀਆਂ 2019 ਦੀਆਂ ਚੋਣਾਂ ਤੇ ਕੀ ਉਹਨੂੰ ਸਾਈਨ ਕੀਤਾ? 2000 ਅਗਲੇ ਸਾਲ ਹੀ ਆ 2019 ਚ। 2001 ਸਾਲ ਤਾਂ ਹਨੀਮੂਨ ਚ ਲੰਘ ਜਾਂਦਾ। ਐਂਡ ਮੈਂ ਇਹ ਸਮਝਣਾ ਬੜਾ ਇਫੈਕਟ ਪਊਗਾ, ਕਿਉਂਕਿ ਦੀ ਰੀਜ਼ਨ ਇਸ ਤੁਸੀਂ ਦੇਖੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਟਰੂਡੋ ਨੈਸ਼ਨਲ ਲੈਵਲ ਦੇ ਉੱਤੇ ਕੈਥਰੀਨ ਵੇਨ ਦੀ ਸਪੋਰਟ ਤੇ ਨਹੀਂ ਆਇਆ, ਇੱਕ ਦਿਨ ਨਹੀਂ ਆਇਆ। ਉਹਨੇ ਇਹਨੂੰ ਸਸਪੈਕਟ ਕੀਤਾ ਵੀ ਇਹ ਤੁਹਾਡਾ ਕਹਿਣਾ ਇਹ ਆ ਕਿ ਇਹ ਅਸਰ ਪਾਊਗੀ ਜੀ? ਡੈਫੀਨਿਟਲੀ ਪਾਊ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਢੀਂਡਸਾ ਸਾਹਿਬ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ। ਇਹ ਸੀ ਸਾਡੀ ਅੱਜ ਦੀ ਗੱਲਬਾਤ ਓਨਟਾਰੀਓ ਚੋਣਾਂ ਦੇ ਨਤੀਜਿਆਂ ਬਾਰੇ। ਅਸੀਂ PTC ਚੈਨਲ ਵੱਲੋਂ ਡਗ ਫੋਰਡ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਜਿੱਥੇ ਵਧਾਈ ਦਿੰਦੇ ਹਾਂ, ਉੱਥੇ ਅਸੀਂ NDP ਤੇ ਲਿਬਰਲ ਨੂੰ ਕਹਾਂਗੇ ਕਿ ਉਹ ਆਪਣਾ ਹੋਰ ਅੱਗੇ ਮਿਹਨਤ ਦੇ ਨਾਲ ਆਉਂਦੀਆਂ ਚੋਣਾਂ ਤੱਕ ਲੋਕਾਂ ਦੇ ਵਿੱਚ ਵਿਚਰਨ, ਉਹਨਾਂ ਦੇ ਕੰਮ ਕਰਨ, ਉਹਨਾਂ ਦੀ ਆਸਾਂ ਦੇ ਪੂਰੇ ਉਤਰਨ ਤੇ 2019 ਦੀਆਂ ਚੋਣਾਂ ਤੱਕ ਉਹ ਮੈਨੂੰ ਆਸ ਹੈ ਕਿ ਉਹ ਆਪਣੀ ਇਹਨਾਂ ਬਾਰੇ ਆਪਣੀ ਹਾਰ ਦੇ ਰੀਜ਼ਨ ਜਾਣਗੇ ਕਿ ਕਿਹੜੇ ਕਾਰਨਾਂ ਕਰਕੇ ਅਸੀਂ ਹਾਰੇ। ਤੇ ਅਸੀਂ ਸਾਰੀ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹਾਂ। ਤੇ ਜਿਵੇਂ ਢੀਂਡਸਾ ਸਾਹਿਬ ਨੇ ਕਿਹਾ, ਬਹੁਤੇ ਲੋਕਾਂ ਨੂੰ ਇਹੀ ਆਸ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ ਜ਼ਰੂਰ ਕੈਬਨਿਟ ਦੇ ਵਿੱਚ ਆਉਣਗੇ। ਹੋ ਸਕਦਾ ਇਸ ਤੋਂ ਜ਼ਿਆਦਾ ਵੀ ਕੋਈ ਸਾਡੇ ਕਮੇਟੀ ਦੇ ਕੈਬਨਿਟ ਦੇ ਵਿੱਚ ਲੈ ਜਾਣ। ਅਸੀਂ ਵੀ ਆਪਣੇ ਵੱਲੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਭਾਈਚਾਰੇ ਦੇ MPP ਨੂੰ ਜ਼ਰੂਰ ਪ੍ਰਤੀਨਿਧਤਾ ਦਿੱਤੀ ਜਾਵੇ ਕੈਬਨਿਟ ਦੇ ਵਿੱਚ। ਇਹਦੇ ਨਾਲ ਹੀ ਸਾਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਹਫ਼ਤੇ ਅਸੀਂ ਕਿਸੇ ਹੋਰ ਮਹਿਮਾਨਾਂ ਦੇ ਨਾਲ ਕਿਸੇ ਹੋਰ ਵਿਸ਼ੇ ਤੇ ਫੋਕਸ ਕਰਾਂਗੇ। ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।